ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਥਰਡ ਵਾਲੇ ਸੈਗਮੈਂਟ ਦੇ ਵਿੱਚ ਜੋ ਥਰਡ ਵਾਲਾ ਇਸ਼ੂ ਹੈ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤੀ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਭਾਰਤੀ ਸੰਵਿਧਾਨ ਚੋਂ ਜੋ ਸੈਕੂਲਰ ਅਤੇ ਜੋ ਸੋਸ਼ਲਿਸਟ ਜੋ ਸ਼ਬਦ ਹੈ ਉਸ ਨੂੰ ਬਾਹਰ ਕੱਢ ਦਿੱਤਾ ਜਾਵੇ, ਜਿਸ ਦਾ ਮਤਲਬ ਹੈ ਕਿ ਭਾਰਤ ਇੱਕ ਹਿੰਦੂ ਸਟੇਟ ਐਲਾਨੀ ਜਾਵੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹਨੇ ਵੀ ਇਹ ਟਰਮ ਪੋਪੂਲਰ ਕੀਤੀ ਕਿ ਜਿਹੜੇ ਕ੍ਰਾਈਸਿਸ ਹੁੰਦੇ ਨੇ ਉਹ ਓਪਰਚੁਨਿਟੀ ਵੀ ਹੁੰਦੇ ਨੇ ਜੀ, ਤੇ ਜੇ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਚੁੱਕਿਆ ਇਸ ਵੇਲੇ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਤਾਂ ਉਹ ਭਾਰਤੀ ਹਾਕਮਾਂ ਨੇ। ਬਿਲਕੁਲ, ਉਹਨਾਂ ਦੀ ਪੇਰੈਂਟ ਬਾਡੀ RSS ਨੇ, ਜਿਹੜੀ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਜਿਸ ਤੇਜ਼ੀ ਦੇ ਨਾਲ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਆਰਡੀਨੈਂਸ ਲਿਆਂਦਾ ਹੈ, ਜਿਵੇਂ ਸਟੇਟਾਂ ਦੀਆਂ ਪਾਵਰ ਜਿਹੜੀਆਂ ਰਹਿੰਦੀਆਂ ਖੁੰਦੀਆਂ ਸੀ ਉਹ ਵੀ ਹੜੱਪ ਲਈਆਂ, ਜਿਵੇਂ ਫਾਰਮਰਸ ਦਾ ਕੰਟਰੋਲ ਲੈਣ ਲਈ ਫਾਰਮ ਲੈਂਡਸ ਦਾ ਡਾਇਰੈਕਟ 3 ਆਰਡੀਨੈਂਸ ਲਿਆਂਦੇ ਨੇ ਜੀ। ਔਰ ਐਜੂਕੇਸ਼ਨ ਦੇ ਹਵਾਲੇ ਨਾਲ ਅਸੀਂ ਕੱਲ ਇਸ ਦੇ ਉੱਤੇ ਇੱਕ ਸੈਗਮੈਂਟ ਕੀਤਾ ਸੀ ਕਿ ਕਿਵੇਂ ਈਵਨ ਕਰਨਾਟਕਾ ਜਿੱਥੇ BJP ਦੀ ਹਕੂਮਤ ਹੈ, ਟੀਪੂ ਸੁਲਤਾਨ ਦੇ ਉੱਤੇ ਟੌਪਿਕ ਹੀ ਜਿਹੜਾ ਉਹ ਪੂਰਾ ਚੈਪਟਰ ਉਡਾ ਦਿੱਤਾ ਗਿਆ। ਪੰਜਾਬ ਦੇ ਵਿੱਚ ਤਾਂ ਇਹ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ। ਈਵਨ ਇੱਕ TV ਇੰਟਰਵਿਊ ਸੀ ਕਿ ਪੰਜਾਬ 'ਚ RSS ਦੇ 300 ਤੋਂ ਜ਼ਿਆਦਾ ਇਸ ਕਿਸਮ ਦੇ ਸਕੂਲ ਜਿਹੜੇ ਪੰਜਾਬ ਦੇ ਜਿਹੜਾ ਮੱਝ ਹੈ ਜਿੱਥੇ ਸਿੱਖੀ ਦਾ ਸੈਂਟਰ ਰਿਹਾ ਉੱਥੇ ਖੋਲੇ ਹੋਏ ਨੇ, ਕਿਵੇਂ ਉਹਨਾਂ 'ਚ ਅੰਨਾ ਪੈਸਾ ਆ ਰਿਹਾ ਹੈ ਔਰ ਉਹ ਬ੍ਰੇਨ ਵਾਸ਼ ਕਰ ਰਹੇ ਨੇ। ਔਰ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਆਲਰੇਡੀ ਨਾ ਤਾਂ ਇਹਨਾਂ ਦਾ ਨਾਗਪੁਰ ਜਿਹੜਾ RSS ਦਾ ਹੈੱਡਕੁਆਰਟਰ ਉੱਥੇ ਤਿਰੰਗਾ ਨਹੀਂ ਝੁਲਦਾ, ਉੱਥੇ ਇਹਨਾਂ ਦਾ ਪੀਲਾ ਧਵਜ ਜਿਹੜਾ ਉਹ ਹੈਗਾ, ਔਰ ਨਾ ਇਹ ਜਨਗਣ ਮਨ ਗਾਉਂਦੇ ਨੇ, ਨਾ ਹੀ ਇਹ ਭਾਰਤੀ ਸੰਵਿਧਾਨ ਨੂੰ ਮੰਨਦੇ ਨੇ। ਇਹਨਾਂ ਲਈ ਤਾਂ ਮਨੂ ਸਮ੍ਰਿਤੀ ਜਿਹੜੀ ਜ਼ਾਤ ਪਾਤ 'ਚ ਯਕੀਨ ਰੱਖਦੀ ਉਹ ਇਹਨਾਂ ਦਾ ਸੰਵਿਧਾਨ ਹੈ। ਔਰ ਇਹਨਾਂ ਨੇ ਹੌਲੀ ਹੌਲੀ ਇਕੱਲਾ ਇਹ ਨਹੀਂ ਕਿ ਵੀ ਆਰਟੀਕਲ 370 ਕਸ਼ਮੀਰ 'ਚੋਂ ਖਤਮ ਕੀਤਾ। ਅਗਲਾ ਪਾਰਟ ਇਹਨਾਂ ਦਾ ਜਿਹੜਾ ਮੁਸਲਿਮ ਪਰਸਨਲ ਲਾਅ ਹੈ ਜਿਹਨੂੰ ਇਹ ਐਡਵੋਕੇਸੀ ਜਿਹਦੀ ਕਰਦੇ ਨੇ ਕਿ ਭਾਈ ਇੱਕ ਲਾ ਹੋਣਾ ਚਾਹੀਦਾ ਹੈ। ਫਿਰ ਮੁਸਲਿਮ ਪਰਸਨਲ ਲਾਅ ਗਿਆ, ਕ੍ਰਿਸਚੀਅਨ, ਜੂਜ਼, ਪਾਰਸੀ ਉਹ ਤਾਂ ਨਾਲ ਹੀ ਉੱਡ ਗਿਆ। ਸਿੱਖ ਜਿਹੜੇ ਮੰਗ ਕਰਦੇ ਸੀ ਸਿੱਖ ਪਰਸਨਲ ਲਾਅ ਉਹ ਤਾਂ ਲਾਈਨ ਤੋਂ ਹੀ ਬਾਹਰ ਹੋ ਗਏ। ਹੁਣ ਇਸ ਸਾਰੇ ਦੇ ਬਾਵਜੂਦ ਉਹਨਾਂ ਨੂੰ ਲੱਗਦਾ ਹੈ ਵੀ ਅਜੇ ਵੀ ਜਿਹੜੀ ਕਨਸਟੀਟਿਊਸ਼ਨ ਬਾਰੇ ਦੀ ਕਿਉਂਕਿ ਸਹੁੰ ਖਾਧੀ ਜਾਂਦੀ ਹੈ, ਅਦਾਲਤਾਂ ਵੀ ਇਹਨਾਂ ਨੇ ਕਾਬੂ ਕਰ ਲਈਆਂ, ਜਿਸ ਕਿਸਮ ਦੇ ਮਰਜ਼ੀ ਦੇ ਫੈਸਲੇ ਲੈ ਰਹੇ ਨੇ। ਅਦਰਵਾਈਜ਼ ਬਾਬਰੀ ਮਸਜਿਦ ਦੇ ਉੱਤੇ ਜਿਹੜਾ ਉਹਦਾ ਸਟਰਕਚਰ ਢਾਣ ਵਾਲਿਆਂ ਦੇ ਹਵਾਲੇ ਨਾਲ ਸੁਪਰੀਮ ਕੋਰਟ ਕਰਦਾ ਜੀ ਕਿ ਤੁਸੀਂ ਮੰਦਿਰ ਬਣਾ ਲਓ। ਹੁਣ ਜਿਹੜੀਆਂ ਆਲਰੇਡੀ ਹਾਲਾਂ ਭਾਰਤੀ ਸੰਵਿਧਾਨ ਦੇ ਵਿੱਚ ਇਹਨਾਂ 72 ਸਾਲਾਂ ਦੇ ਵਿੱਚ 100 ਤੋਂ ਜ਼ਿਆਦਾ ਅਮੈਂਡਮੈਂਟਸ ਹੋਈਆਂ ਨੇ, ਸੋਧਾਂ ਹੋਈਆਂ ਨੇ। ਔਰ ਇੱਕ ਸੋਧ ਜਿਹੜੀ 42nd ਅਮੈਂਡਮੈਂਟ ਸੀ 1976 ਚ ਇੰਦਰਾ ਗਾਂਧੀ ਦੇ ਪੀਰੀਅਡ ਕਿਉਂਕਿ ਐਮਰਜੈਂਸੀ ਲੱਗੀ ਸੀ, ਔਰ ਉਹ ਜਿਹੜੇ ਭਾਰਤੀ ਕਨਸਟੀਟਿਊਸ਼ਨ ਦਾ ਪ੍ਰੀਐਂਬਲ ਸੀ ਜਿਹਨੂੰ ਅਸੀਂ ਭੂਮਿਕਾ ਕਹਿੰਦੇ ਹਾਂ, ਉਹਦੇ 'ਚ ਐਡ ਕੀਤਾ ਗਿਆ ਵੀ ਇੰਡੀਆ ਜਿਹੜਾ ਉਹ ਸੋਸ਼ਲਿਸਟ ਔਰ ਸੈਕੂਲਰ ਕੰਟਰੀ ਹੈ। ਹਾਲਾਂਕਿ ਕਨਸਟੀਟਿਊਸ਼ਨ ਦੀ ਜਿਹੜੀ ਮੌਲਿਕਤਾ ਹੈ ਜਾਂ ਉਹਦੀਆਂ ਬੇਸਿਕਸ ਨੇ, ਫੰਡਾਮੈਂਟਲਸ ਨੇ, ਉਹਨਾਂ ਦੇ ਵਿੱਚ ਹੀ ਉਹਨੂੰ ਧਰਮ ਨਿਰਪੱਖਤਾ ਐਲਾਨਿਆ ਗਿਆ ਸੀ ਕਿ ਭਾਈ ਹਰ ਧਰਮ ਦਾ ਹੋਏਗਾ। ਹਾਲਾਂਕਿ ਵੱਖਰੀ ਗੱਲ ਹੈ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਆਰਟੀਕਲ 25(b) ਦੇ ਥੱਲੇ, ਹਿੰਦੂਆਂ ਥੱਲੇ ਨਰੜ ਦਿੱਤਾ ਗਿਆ ਸੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਉਦੋਂ ਵੀ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਹਿੰਦੂ ਮਹਾਸਭਾ ਦੇ ਪ੍ਰਭਾਵ ਵਾਲੇ, RSS ਦੇ ਪ੍ਰਭਾਵ ਵਾਲੇ, ਕਿਉਂਕਿ ਕਾਂਗਰਸ ਦੀ ਮੈਜੋਰਿਟੀ ਸੀ ਉਹਦੇ 'ਚ, ਉਹਨਾਂ ਦੀ ਕੋਸ਼ਿਸ਼ ਸੀ ਕਿ ਇਹਦਾ ਨਾਂ ਵੀ ਜਿਹੜਾ ਉਹ ਬਦਲਿਆ ਜਾਏ, ਇਹਨੂੰ ਹਿੰਦੀ ਨੂੰ ਨੈਸ਼ਨਲ ਲੈਂਗੁਏਜ ਐਲਾਨਿਆ ਜਾਏ, ਜਿਹੜੀ ਕਨਸਟੀਟਿਊਸ਼ਨ 'ਚ ਨਹੀਂ ਹੈ। ਬਾਅਦ ਦੇ ਵਿੱਚ ਇਹਨਾਂ ਨੇ ਲਿਆ ਕੇ ਉਹਨੂੰ ਥੋਪਿਆ। ਔਰ ਇਸੇ ਤਰੀਕੇ ਦੇ ਨਾਲ ਗਾਂ ਦੀ ਸਲਾਟਰ ਦੇ ਉੱਤੇ ਪਾਬੰਦੀ ਲਾਉਣ ਦੀ ਮੰਗ, ਪਰ ਕਿਉਂਕਿ ਅਜੇ ਤੱਕ ਥੋੜਾ ਬਹੁਤ ਉਹ ਪ੍ਰਭਾਵ ਜਿਹੜੇ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਦੂਸਰੇ ਲੋਕ ਵੀ ਉੱਥੇ ਬੈਠੇ ਸੀ, ਔਰ ਨਹਿਰੂ ਨੂੰ ਵੀ ਲੱਗਦਾ ਸੀ ਕਿ ਵੀ ਇਹ ਬਿਲਕੁਲ ਹੀ ਧੋਖਾ ਹੋਏਗਾ। ਅੰਦਰ ਤਾਂ 1962 ਤੱਕ ਪਹੁੰਚਦੇ ਆ ਤਾਂ 1963 ਦੀ ਰਿਪਬਲਿਕ ਡੇ ਪੈਰੇਡ ਜਿਹੜੀ ਦਿੱਲੀ 'ਚ ਹੋਈ ਉਹਦੇ 'ਚ ਨਹਿਰੂ ਨੇ ਇਨਵਾਈਟ ਕੀਤਾ RSS ਨੂੰ, ਮਾਰਚ ਕੀਤਾ ਉਹਨਾਂ ਨੇ ਉਹਨਾਂ ਦੇ ਨਾਲ, ਔਰ ਤਾਰੀਫ ਕੀਤੀ ਕਿ ਜੀ RSS ਨੇ 62 ਦੇ ਵਿੱਚ ਬਹੁਤ ਸੇਵਾ ਕੀਤੀ ਚੀਨ ਦੇ ਨਾਲ ਲੜਾਈ ਵੇਲੇ। ਸੋ ਇਸ ਸਾਰੇ ਦੇ ਥੱਲੇ ਅਸੀਂ ਦੇਖ ਰਹੇ ਹਾਂ ਕਿ ਹੁਣ ਕਿਵੇਂ ਕਨਸਟੀਟਿਊਸ਼ਨਲੀ ਇਹ ਆਪਣੇ ਆਪ ਨੂੰ ਹਿੰਦੂ ਰਾਸ਼ਟਰ ਵੱਲ ਲਿਜਾ ਰਹੇ ਨੇ। ਔਰ ਇਹ ਖਬਰ ਜਿਹੜੀ ਅੱਜ ਦੇ ਪ੍ਰੋਮੀਨੈਂਟਲੀ ਹੈ ਕਿ ਦੋ ਵਕੀਲਾਂ ਨੇ, ਇੱਕ ਉਹਨਾਂ 'ਚ ਐਡਵੋਕੇਟ ਬਲਰਾਮ ਸਿੰਘ ਹੈ, ਇੱਕ ਕਰੁਣੇਸ਼ ਕੁਮਾਰ ਸ਼ੁਕਲ ਹੈ, ਔਰ ਇੱਕ ਇੰਡੀਵਿਜੂਅਲ ਹੈ ਪ੍ਰਵੇਸ਼ ਕੁਮਾਰ।
ਉਹਨਾਂ ਨੇ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਕੀਤੀ ਹੈ ਕਿ ਜਿਹੜਾ ਕਨਸਟੀਟਿਊਸ਼ਨ ਦੀ ਪ੍ਰੀਐਂਬਲ ਦੇ ਵਿੱਚ 42nd ਅਮੈਂਡਮੈਂਟ ਦੇ ਕੀਤੀ ਗਈ ਜਿਹਦੇ ਚ ਲਫ਼ਜ਼ ਸੋਸ਼ਲਿਸਟ ਔਰ ਸੈਕੂਲਰ ਇਸਤੇਮਾਲ ਕੀਤੇ ਗਏ ਨੇ ਇਹ ਕਨਸਟੀਟਿਊਸ਼ਨ ਚੋਂ ਕੱਢੇ ਜਾਣ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਐਂਟਾਈਥੈਟੀਕਲ ਨੇ ਕਨਸਟੀਟਿਊਸ਼ਨਲ ਟੈਨੇਟਸ ਦੇ ਔਰ ਇਹ ਹਿੰਦੁਸਤਾਨ ਭਾਰਤ ਦਾ ਜਿਹੜਾ ਹਿਸਟੋਰੀਕਲ ਔਰ ਕਲਚਰਲ ਥੀਮ ਹੈ ਉਹਦੇ ਅਗੇਂਸਟ ਨੇ। ਔਰ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਅਮੈਂਡਮੈਂਟ ਸੀ ਇਟ ਵਾਸ ਇਲੀਗਲ ਫॉर ਵਾਇਓਲੇਟਿੰਗ ਕਨਸੈਪਟ ਆਫ freedom of speech and expression enumerated in article 19(1)(a) of constitution and the right to freedom of religion granted under article 25th। ਉਹਨਾਂ ਨੇ ਕਿਹਾ ਜੀ ਉਹ ਰਿਲੀਜੀਅਸ ਫਰੀडम ਦਿੰਦਾ ਤੁਸੀਂ ਕਹਿ ਰਹੇ ਹੋ ਇਹ ਸੋਸ਼ਲਿਸਟ ਹੈ। ਇਹ ਸੋਸ਼ਲਿਸਟ ਕਿਵੇਂ ਹੋ ਗਿਆ ਭਾਰਤ? ਫਿਰ ਉਹਦੇ ਵਿੱਚ ਜਿਹੜਾ ਅਲਟੀਮੇਟਲੀ ਦੱਸਦਾ ਵੀ ਆਰਐਸਐਸ ਦੇ ਇਹ ਪਿੱਠੂ ਕਿੱਥੇ ਲਿਜਾਣਾ ਚਾਹੁੰਦੇ ਨੇ ਇਹ ਸਾਰਿਆਂ ਨੂੰ। ਉਹਨਾਂ ਨੇ ਕਿਹਾ ਕਿ ਵੀ ਇਹ ਇਟ ਸੈਡ ਦਾ ਅਮੈਂਡਮੈਂਟ ਵਾਸ ਆਲਸੋ ਅਗੇਂਸਟ the historical and cultural theme of Great Republic of Bharat, the oldest civilization of the world। ਕਿ ਜੀ ਇਹ ਤਾਂ ਜਿਹੜਾ ਸਾਡਾ ਭਾਰਤ ਦਾ ਕਨਸੈਪਟ ਹੈ oldest ਕਿੱਥੋਂ ਹੋ ਗਈ? ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ one of the oldest ਇਹ ਚੱਲ ਜਾਂਦਾ ਹੈ ਕਿ ਜੀ ਇੰਡਸ ਵੈਲੀ ਉਹ ਵੀ ਨਾਲ ਹੀ ਇੰਡਸ ਵੈਲੀ ਤੁਹਾਡੀ ਕਿਹੜੀ ਗੰਗਾ ਜਮਨਾ ਦੀ ਸਿਵਲਾਈਜੇਸ਼ਨ ਸੀ ਉਹ ਤਾਂ ਬਾਅਦ ਦੇ ਵਿੱਚ ਤੁਹਾਡੇ ਬ੍ਰਾਹਮਣ ਉਹਨਾਂ ਨੇ ਪੁਰਖਿਆਂ ਨੇ ਬਣਾਇਆ ਜਿਹਨੂੰ ਤੁਸੀਂ ਅੱਜ ਬ੍ਰਾਹਮਣਿਕਲ ਜਿਹੜਾ ਸਿਸਟਮ ਲਾਗੂ ਕਰਨਾ ਚਾਹੁੰਦੇ ਹੋ ਵਰਨ ਆਸ਼ਰਮ ਦਾ। ਲੇਕਿਨ ਉਹਨੂੰ ਓਲਡੈਸਟ ਕਹਿ ਕੇ ਉਹ ਕਹਿੰਦੇ ਜੀ ਕਿ ਇਨ ਆਵਰ ਸਿਵਲਾਈਜੇਸ਼ਨ ਵੀ ਹੈਵ ਕਲੀਅਰ ਕਨਸੈਪਟ ਆਫ ਧਰਮ ਡਿਫਰੈਂਟ ਫਰਮ ਦਾ ਕਨਸੈਪਟ ਆਫ ਰਿਲੀਜਨ ਐਂਡ ਕਮਿਊਨਿਸਟ ਥਿਊਰੀ ਆਫ ਸਟੇਟ ਕੈਨ ਨਾਟ ਬੀ ਅਪਲਾਈਡ ਇਨ ਇੰਡੀਅਨ ਕੰਟੈਕਸਟ which is not in tune with the religious sentiment and socio-economic conditions of India। ਕਿ ਜੀ ਇਹ ਸੋਸ਼ਲਿਸਟ ਔਰ ਸੈਕੂਲਰ ਇਹ ਤਾਂ ਕਮਿਊਨਿਸਟਾਂ ਦੇ ਕਨਸੈਪਟ ਨੇ। ਅਸੀਂ ਤਾਂ ਧਰਮ ਜਿਹਦਾ ਮਤਲਬ ਰਿਲੀਜਨ ਨਹੀਂ ਹੁੰਦਾ ਅਸੀਂ ਤਾਂ ਉਹਦੇ ਤੋਂ ਡਿਫਰੈਂਟ ਹੈ। ਇਸ ਲਈ ਜਿਹੜਾ ਉਹਨੂੰ ਇਸ ਅਮੈਂਡਮੈਂਟ ਨੂੰ ਸੁਪਰੀਮ ਕੋਰਟ ਅਨਕਨਸਟੀਟਿਊਸ਼ਨਲ ਐਲਾਨੇ। ਔਰ ਇਹ ਜਿਹੜਾ ਵਿਸ਼ਨੂੰ ਸ਼ੰਕਰ ਜੈਨ ਜਿਹਨੇ ਇਸ ਦੇ ਨਾਲ ਇੱਕ ਹੋਰ ਐਡ ਕੀਤਾ ਕਿ ਜੀ ਇਹ ਜਿਹੜਾ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਹੈ ਜਿਹਦੇ ਥੱਲੇ ਵੋਟਾਂ ਦੇ ਲਈ ਤੁਸੀਂ ਭਰਦੇ ਹੋ ਜਾਂ ਇਲੈਕਸ਼ਨ ਕਮਿਸ਼ਨ ਨਿਕਲਦਾ ਹੈ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਕੰਪਲਸਰੀ ਕੀਤਾ ਹੋਇਆ ਪੋਲੀਟੀਕਲ ਪਾਰਟੀਜ਼ ਲਈ ਕਿ ਜੀ ਉਹ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਜਿਹੜਾ ਇਹ ਪ੍ਰਣ ਲੈਣ ਕਿ ਟੂ ਮੇਕ ਸਪੈਸੀਫਿਕ ਪ੍ਰੋਵੀਜ਼ਨ ਇਨ ਇਟਸ ਮੈਮੋਰੈਂਡਮ ਔਰ ਰੂਲਸ ਐਂਡ ਰੈਗੂਲੇਸ਼ਨਸ that the association of bodies shall bear true faith and allegiance to Constitution of India as by law established and to principle of socialism and secularism and democracy and would uphold the sovereignty and integrity of it। ਉਹਨਾਂ ਨੇ ਕਿਹਾ ਜੀ ਇਹ ਉਹਨਾਂ ਨੂੰ ਸਹੁੰ ਲੈਣੀ ਪੈਂਦੀ ਹੈ ਪੀਪਲਸ ਉਸ ਐਕਟ ਦੇ ਥੱਲੇ ਔਰ ਇਹ ਇਹਨੂੰ ਕੱਢੋ ਬਾਹਰ ਕਿਉਂਕਿ ਅਸੀਂ ਤਾਂ ਹਿੰਦੂ ਹਾਂ ਔਰ ਜ਼ਾਹਰ ਹੈ ਕਿ ਇਹ ਸਾਰੇ ਦਾ ਔਰ ਇਹ ਗੱਲ ਸਿਰਫ ਇਹ ਨਹੀਂ ਹੈ ਵੀ ਪੈਟੀਸ਼ਨ ਸੁਪਰੀਮ ਕੋਰਟ ਨੇ ਕੀ ਕਹਿਣਾ। ਅਸੀਂ ਜਦੋਂ ਕੱਲ ਵੀ ਗੱਲ ਕੀਤੀ ਕਿ ਕਿਵੇਂ ਟੀਪੂ ਸੁਲਤਾਨ ਦਾ ਚੈਪਟਰ ਡ੍ਰੌਪ ਕੀਤਾ ਨਾਲ ਦੀ ਨਾਲ ਖਬਰ ਹੈ ਸੈਂਟਰ ਅਨਾਉਂਸਿਸ ਨਿਊ ਨੈਸ਼ਨਲ ਐਜੂਕੇਸ਼ਨ ਪਾਲਿਸੀ ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨਿਸਟਰੀ ਟੂ ਬੀ ਰੀਨੇਮਡ ਐਜੂਕੇਸ਼ਨ ਮਿਨਿਸਟਰੀ। ਇਹ ਉਹਨਾਂ ਨੇ ਇਹ ਵੀ ਆਰਡੀਨੈਂਸ ਕੱਢਿਆ ਕਿ ਹੁਣ ਜਿਹੜੀ HRD ਮਿਨਿਸਟਰੀ ਹੈ ਉਹਨੂੰ ਐਜੂਕੇਸ਼ਨ ਮਿਨਿਸਟਰੀ ਕਵਾਂਗੇ ਔਰ ਇਹ ਸਾਡੀ ਨਿਊ ਐਜੂਕੇਸ਼ਨ ਪਾਲਿਸੀ ਉਹਦੇ ਥੱਲੇ ਬਹੁਤ ਸਾਰੀਆਂ ਚੇਂਜਸ ਉਹਨਾਂ ਨੇ ਕੀਤੀਆਂ ਨੇ। ਉਹਨਾਂ ਨੂੰ ਕਿਹਾ ਜੀ ਅਸੀਂ ਰਿਫਾਰਮ ਕਰ ਰਹੇ ਹਾਂ ਪਰ ਇਸ ਸਾਰੇ ਦੇ ਥੱਲੇ ਹੈ ਕਿ ਵੀ ਇਹ ਸਿਲੇਬਸ ਘਟਾ ਦਿਓ। ਮਤਲਬ ਇਹ ਹੈ ਵੀ ਜਿਹੜੇ ਵੀ ਪਿਛਲੇ ਪੀਰੀਅਡ ਦੀ ਹਿਸਟਰੀ ਨਾਲ ਸੰਬੰਧਿਤ ਚੈਪਟਰ ਨੇ ਜਿੱਥੋਂ ਇਹਨਾਂ ਦੀ ਗੁਲਾਮੀ ਇਹਨਾਂ ਦੀ ਕਾਇਰਤਾ ਇਹਨਾਂ ਦੀ ਬੁਜ਼ਦਿਲੀ ਨਿਕਲਦੀ ਹੈ ਉਹਨੂੰ ਗਾਇਬ ਕਰ ਦਿਓ। ਫਿਰ ਉਹਨਾਂ ਕਿਹਾ ਕਿ ਵੀ ਇਹ ਸਾਰਾ ਜਿਹੜਾ ਅਸੀਂ ਸਿੰਗਲ ਹਾਇਰ ਐਜੂਕੇਸ਼ਨ ਰੈਗੂਲੇਟਰ ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ ਬਣਾ ਦਿਓ ਔਰ ਇਸ ਸਾਰੇ ਚੋਂ MPhil ਪ੍ਰੋਗਰਾਮ ਖਤਮ ਕਰ ਦਿਓ। ਪਰ ਕੁੱਲ ਮਿਲਾ ਕੇ ਜਦੋਂ ਇਹ ਸਾਰੇ ਦੀ ਅਸੀਂ ਸਪਿਰਿਟ ਦੇਖਦੇ ਹਾਂ ਕਿ ਇਹਨਾਂ ਦਾ ਇਹ ਹੈ ਕਿ ਵੀ ਜਿਹੜਾ ਸਟਰੈਂਥਨਿੰਗ ਆਫ ਸੰਸਕ੍ਰਿਤ ਐਂਡ ਆਲ ਲੈਂਗੁਏਜ ਡਿਪਾਰਟਮੈਂਟਸ ਹੁਣ ਇਹ ਹੈ ਵੀ ਕੱਲਾ ਜੇ ਹੁਣ ਹਿੰਦੂ ਰਾਸ਼ਟਰ ਬਣਾਉਣਾ ਤੇ ਫਿਰ ਇਹ ਤਾਂ ਨਹੀਂ ਹੈ ਕਿ ਵੀ ਇਹ ਹਿੰਦੀ ਨਾਲ ਵੀ ਇਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ। ਇਹਨਾਂ ਨੂੰ ਲੱਗਦਾ ਵੀ ਸਾਡੀ ਤਾਂ ਵੇਦਾਂ ਦੀ ਜ਼ੁਬਾਨ ਹੀ ਸੰਸਕ੍ਰਿਤ ਹੈ ਔਰ ਸੰਸਕ੍ਰਿਤ ਅਸੀਂ ਲਾਗੂ ਕਰਨੀ ਹੈ ਔਰ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਬਣਾ ਰਹੇ ਨੇ that was part of Bharati Janata Party's manifesto ahead of the 2014 general election। ਹੁਣ ਇਸ ਗੱਲ ਦਾ ਧਿਆਨ ਰਹੇ ਜੇ ਆਰਟੀਕਲ 370 ਜੰਮੂ ਕਸ਼ਮੀਰ ਚੋਂ ਖਤਮ ਕੀਤਾ ਇਹ ਵੀ ਉਹਨਾਂ ਦੇ ਮੈਨੀਫੈਸਟੋ ਦਾ ਹਿੱਸਾ ਸੀ। ਜੇ ਮੁਸਲਿਮ ਪਰਸਨਲ ਲਾਅ ਖਤਮ ਕਰਨਾ ਉਹ ਵੀ ਉਹਨਾਂ ਦੇ ਮੈਨੀਫੈਸਟੋ ਦਾ ਹਿੱਸਾ ਸੀ। ਔਰ ਇਹ ਸ਼ੁਰੂ ਤੋਂ ਕਹਿੰਦੇ ਰਹੇ ਨੇ ਜੇ ਐਜੂਕੇਸ਼ਨ ਦਾ ਹਿੰਦੂਕਰਨ ਕਰਾਂਗੇ ਅਸੀਂ ਔਰ ਇਹ ਜਿਹੜਾ ਉਹਨਾਂ ਨੇ ਇੱਕ ਆਰਡੀਨੈਂਸ ਰਾਹੀਂ
HRD ਮਿਨਿਸਟਰੀ ਨੂੰ ਐਜੂਕੇਸ਼ਨ ਮਿਨਿਸਟਰੀ ਬਣਾ ਕੇ ਸੰਸਕ੍ਰਿਤ ਪੜਾਉਣਗੇ, ਜੀ ਬਾਕੀਆਂ ਦਾ ਜਿਹੜਾ ਮਾੜਾ ਮੋਟਾ ਹੈ ਉਹ ਵੀ ਬਾਹਰ ਕੱਢਣਗੇ, ਔਰ ਸਕੂਲ ਕਿਉਰਿਕੂਲਮ ਟੂ ਵੀ ਰਿਡਿਊਸ ਦੇ ਥੱਲੇ ਬਾਕੀਆਂ ਦੀ ਪੜ੍ਹਾਈ ਬੰਦ ਕਰਨਗੇ। ਸੋ ਕੁੱਲ ਮਿਲਾ ਕੇ ਇਹ ਕੋਈ ਨਵੀਂ ਗੱਲ ਨਹੀਂ ਹੈ। ਮੈਂ ਖਾਲਸਾ ਸਮਾਚਾਰ ਅਖਬਾਰ ਜਿਹੜੀ 19ਵੀਂ ਸਦੀ ਦੇ ਅਖੀਰ 'ਚ ਭਾਈ ਵੀਰ ਸਿੰਘ ਹੋਰਾਂ ਦੀ ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ 'ਚ ਛਪਦੀ ਸੀ, ਇੱਕ ਲੇਖ ਜਿਹੜਾ ਅੱਜ ਮੈਂ ਡਾਕਟਰ ਧਰਮ ਸਿੰਘ ਹੋਰਾਂ ਨੇ ਲੈਂਗੁਏਜ ਖਾਲਸਾ ਸਮਾਚਾਰ ਤੇ ਬੇਸ ਸੀ ਵੀ ਕੀ ਖਬਰਾਂ ਛਪਦੀਆਂ ਰਹੀਆਂ ਨੇ, ਲਾਲਾ ਲਾਜਪਤ ਰਾਏ ਜਿਹੜਾ ਇਨਫੈਕਟ ਸਾਵਰਕਰ ਤੋਂ ਵੀ ਦੇ ਕੰਟੈਂਪਰੇਰੀ ਹੈ, ਜਿਹਨੇ ਹਿੰਦੂ ਰਾਸ਼ਟਰ ਦੀ ਗੱਲ ਕੀਤੀ, ਔਰ ਇਹ ਅਲੱਗ ਸਿਵਲਾਈਜੇਸ਼ਨ ਪੰਜਾਬ 'ਚ ਬੇਸ਼ੱਕ ਸਿੱਖਾਂ ਨੂੰ ਵੀ ਉਹਨੇ ਡੂਪ ਕੀਤਾ। ਪਗੜੀ ਸੰਭਾਲ ਹੋਏ ਜੱਟਾ ਜਿਹੜੀ ਮੂਵਮੈਂਟ ਜਿਹੜੀ ਕੈਨਾਲ ਕਾਲੋਨੀਜ਼ ਸ਼ੁਰੂ ਹੋਈ ਸੀ, ਉਹਦੇ ਵੀ ਫੋਰਫਾਦਰ 'ਚ ਬਣ ਗਿਆ ਉਹਦਾ ਫੋਰਫਾਦਰ ਸ਼ਹੀਦ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਨਾਲ। ਪਰ ਲੈਂਗੁਏਜ ਬਾਰੇ ਜਦੋਂ ਅੱਜ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਦਾ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ HRD ਮਿਨਿਸਟਰੀ ਨੂੰ ਬਣਾ ਦਿੱਤਾ ਹੈ, ਉਹ ਇਹ ਕਹਿੰਦੇ ਨੇ ਜੀ ਕਿ ਅਸੀਂ ਪ੍ਰਮੋਟ ਕਰਾਂਗੇ ਸੰਸਕ੍ਰਿਤ ਨੂੰ, ਤੇ ਇਹ 1911 ਲਾਲਾ ਲਾਜਪਤ ਰਾਏ ਜਿਹੜਾ ਪੱਕਾ ਆਰੀਆ ਸਮਾਜੀ, ਉਹਨੇ ਸਿਰਫ ਇਹੀ ਨਹੀਂ ਹੈ ਕਿ ਹਿੰਦੂਤਵਾ ਦਾ ਏਜੰਡਾ ਅੱਜ ਆਇਆ, ਇਹ ਜਿਹੜੇ ਲੋਕ ਰੈਵੋਲੂਸ਼ਨਰੀ ਖਾਤੇ ਦੇ ਜਿਹੜੇ ਭੋਲੇ ਭਾਲੇ ਸਿੱਖਾਂ ਨੂੰ ਵੀ ਲੀਡ ਕਰ ਰਹੇ ਸੀ, ਉਦੋਂ ਵੀ ਇਹਨਾਂ ਦੀ ਨਫ਼ਰਤ ਔਰ ਇਹ ਗੱਲ 1911 ਦੀ ਖਾਲਸਾ ਸਮਾਚਾਰ 'ਚ ਆਈ, ਔਰ ਉਹਦੇ 'ਚ ਲਿਖਿਆ ਹੋਇਆ, ਮੈਂ ਕੋਟ ਅਨਕੋਟ ਪੜ੍ਹ ਰਿਹਾ, ਖਾਸ ਅਫਸੋਸ ਦੀ ਗੱਲ ਹੁਣੇ ਇਹ ਹੋਈ ਹੈ ਕਿ ਲਾਹੌਰ ਵਿੱਚ ਇੱਕ ਜਲਸਾ ਆਰੀਆ ਸਮਾਜ ਵੱਲੋਂ ਪੰਜਾਬੀ ਦਾ ਗਲਾ ਘੁੱਟਣ ਤੇ ਦੇਵਨਾਗਰੀ ਦੇ ਪ੍ਰਚਾਰ ਲਈ ਕੀਤਾ ਗਿਆ। ਦੇਵਨਾਗਰੀ ਹਿੰਦੀ ਨੂੰ ਕਹਿੰਦੇ ਨੇ, ਉਸ ਸਕ੍ਰਿਪਟ ਦਾ ਨਾਮ ਦੇਵਨਾਗਰੀ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਪੰਜਾਬੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਿਸੇ ਮਾਮੂਲੀ ਆਦਮੀ ਦੀ ਨਹੀਂ, ਪਰੰਤੂ ਲਾਲਾ ਲਾਜਪਤ ਰਾਏ ਜੀ ਦੇ ਸਿਰ ਹੈ। ਪੰਜਾਬੀ ਨੂੰ ਵੱਧ ਰਹੇ ਖਤਰਿਆਂ ਬਾਰੇ ਇੱਕ ਚਿੱਠੀ ਕਿਸੇ ਕਾਹਨ ਸਿੰਘ ਨਾਂ ਦੇ ਵਿਅਕਤੀ ਦੀ ਛਪੀ ਹੈ, ਜਿਸ ਦੀਆਂ ਕੁਝ ਲਾਈਨਾਂ ਨੇ ਕਿ ਪੰਜਾਬੀ ਦੇ ਚਾਹਵਾਨੋ ਕੀ ਸੁੱਤੇ ਪਏ ਹੋ, ਕੀ ਤੁਹਾਨੂੰ ਨਹੀਂ ਪਤਾ ਕਿ ਆਰੀਆ ਸਮਾਜੀ ਟੋਲੇ ਨੇ ਪੰਜਾਬੀ ਨਾਲ ਵੈਰ ਕਰਕੇ ਹਿੰਦੀ ਸਕੂਲ ਖੋਲ੍ਹਣ ਦਾ ਉਦਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮਹਾਸ਼ਿਆਂ ਨੇ ਇੱਕ ਹੋਰ ਬੋਲੀ ਦੀ ਲੱਤ ਵਿੱਚ ਲਿਆ ਕੇ ਫਸਾਈ ਹੈ। ਇਸ ਵੇਲੇ ਔਕੜਾਂ ਵਿੱਚ ਅਸੀਂ ਆਪਣੀ ਮਾਂ ਬੋਲੀ ਨੂੰ ਬਚਾਉਣਾ ਹੈ। ਉੱਠੋ, ਹਿੰਮਤ ਕਰੋ, ਹਰ ਜਗ੍ਹਾ ਕਮੇਟੀਆਂ ਕਰੋ ਤੇ ਪੰਜਾਬੀ ਦੁਆਰਾ ਵਿਦਿਆ ਦੇਣ ਦੇ ਲਈ ਸਕੂਲ ਖੋਲ੍ਹੋ। ਕਿਤੇ ਪੰਜਾਬੀ ਆਪਣੇ ਵੈਰੀਆਂ ਹੱਥੋਂ ਮਲੀਆ ਮੇਟ ਹੀ ਨਾ ਹੋ ਜਾਏ। ਅਨਮਤੀਆਂ ਨਾਲ ਵਿਵਾਦ ਰਚਾਉਣ ਤੋਂ ਬਿਨਾਂ ਭਾਈ ਵੀਰ ਸਿੰਘ ਜੀ ਨੇ ਦੂਜਾ ਇਹ ਕੰਮ ਕੀਤਾ ਕਿ ਉਹਨਾਂ ਨੇ ਖਾਲਸਾ ਸਮਾਚਾਰ ਵਿੱਚ ਇਸ ਕਿਸਮ ਦੇ ਲੇਖ ਛਾਪੇ, ਔਰ ਉਹਨਾਂ ਨੇ ਪੰਜਾਬੀ ਭੰਡਾਰ ਭਰੋ ਇਸ ਕਿਸਮ ਦੇ ਟਰੈਕਟ ਲਿਖੇ। ਹੁਣ ਮੈਂ ਇਹ 1911 ਦੀ ਲਿਖਤ ਪੜ੍ਹ ਰਿਹਾ ਹਾਂ, ਆਲਮੋਸਟ 109 ਸਾਲ ਪਹਿਲਾਂ ਦੀ। ਉਦੋਂ ਲਾਲਾ ਲਾਜਪਤ ਰਾਏ ਜਿਹੜਾ ਵੱਡਾ ਲੀਡਰ ਸੀ ਉਸ ਵੇਲੇ ਦਾ, ਜਿਸ ਬਾਰੇ ਉਸ ਵੇਲੇ ਦੇ ਭਾਰਤ 'ਚ ਇਹ ਕਿਹਾ ਜਾਂਦਾ ਸੀ ਕਿ ਲਾਲ ਬਾਲ ਪਾਲ, ਕਿ ਇਹ ਤਿੰਨ ਲੀਡ ਕਰ ਰਹੇ ਨੇ। ਪੰਜਾਬ 'ਚ ਲਾਲਾ ਲਾਜਪਤ ਰਾਏ, ਉਧਰ ਬਾਲ ਗੰਗਾਧਰ ਤਿਲਕ ਮਹਾਰਾਸ਼ਟਰ ਦੇ ਵਿੱਚ, ਔਰ ਬੰਗਾਲ ਦੇ ਵਿੱਚ ਵਿਪਨ ਚੰਦਰ ਪੌਲ। ਤੇ ਇਹ ਲਾਲ ਦਾ ਹਾਲ ਦੇਖ ਲਓ ਕਿ ਇਹ ਲਾਲ ਸੀ ਕਿ ਸਿੱਖਾਂ ਦੇ ਲਈ ਪੰਜਾਬੀ ਜ਼ਬਾਨ ਲਈ ਕਾਲਾ ਸੀ। ਉਦੋਂ ਕਹਿ ਰਹੇ ਸੀ ਕਿ ਆਪਣੇ ਪੰਜਾਬ ਦੇ ਵਿੱਚ ਕਿ ਮਤ ਪੜੋ ਪੰਜਾਬੀ ਹਿੰਦੀ, ਔਰ ਜ਼ਾਹਰ ਹੈ ਕਿ ਵੀ ਅੱਜ ਜਿਹੜੀ RSS ਨੂੰ ਅਸੀਂ ਕਹਿੰਦੇ ਆ, ਇਹ ਕਲੈਕਟਿਵ ਇਹਨਾਂ ਦੀ ਸੋਚ ਚੋਂ ਹੀ ਨਿਕਲਿਆ ਇਹ ਵਿਚਾਰਧਾਰਾ ਹੈ, ਜਿਨ੍ਹਾਂ ਨੇ ਨਾ ਮੁਸਲਮਾਨਾਂ ਨੂੰ ਐਕਸੈਪਟ ਕੀਤਾ ਹੈ, ਨਾ ਉਹਨਾਂ ਦੀ ਜ਼ਬਾਨ ਅਰਬੀ ਫਾਰਸੀ ਨੂੰ ਕਦੇ ਐਕਸੈਪਟ ਕੀਤਾ। ਇਸ ਲਈ ਇਹਨਾਂ ਨੂੰ ਮਲੇਚ ਭਾਸ਼ਾ ਕਹਿੰਦੇ ਸੀ, ਕਿਉਂਕਿ ਉਹਨਾਂ ਦੇ ਲਈ ਲਫ਼ਜ਼ ਮਲੇਚ ਸੀ। ਔਰ ਗੁਰੂ ਨਾਨਕ ਸਾਹਿਬ ਨੇ ਇਸ ਗੱਲ ਨੂੰ ਆਇਡੈਂਟੀਫਾਈ ਕੀਤਾ ਸੀ ਵੀ ਤੁਸੀਂ ਖੱਤਰੀਆਂ ਤਾਂ ਧਰਮ ਛੋੜਿਆ, ਮਲੇਚ ਭਾਖਿਆ ਗਹੀ। ਤੇ ਇੱਕ ਪਾਸੇ ਤੁਸੀਂ ਉਹਨਾਂ ਨੂੰ ਮਲੇਚ ਕਹਿੰਦੇ ਹੋ, ਉਹਨਾਂ ਦੀ ਜ਼ਬਾਨ ਅਰਬੀ ਫਾਰਸੀ ਨੂੰ ਮਲੇਚ ਭਾਸ਼ਾ ਕਹਿੰਦੇ ਹੋ, ਪਰ ਉਹਨਾਂ ਦੇ ਹੀ ਜਾ ਕੇ ਕੋਰਟ ਦੇ ਵਿੱਚ ਨੌਕਰੀ ਕਰਦੇ ਹੋ, ਉਹਨਾਂ ਦੇ ਹੀ ਜਿਹੜਾ ਤੁਸੀਂ ਉਹਨਾਂ ਦੇ ਦਿੱਤੇ ਪੈਸੇ ਦੇ ਨਾਲ ਤੁਹਾਡੀ ਜੀਵਨ ਨਿਰਵਾਹ ਹੁੰਦਾ ਹੈ। ਸੋ ਉਦੋਂ ਵੀ, ਔਰ ਇਹੀ ਹਾਲ ਪੰਜਾਬੀ ਲਈ। ਔਰ ਇਹ ਨਫ਼ਰਤ ਜਿਹੜੀ ਕੱਲੀ ਇਹ ਨਹੀਂ ਸੀ ਕਿ 1911 'ਚ ਸੀ, ਜਦੋਂ ਫਿਰ 1947 ਤੋਂ ਬਾਅਦ ਸਿੱਖਾਂ ਨੇ ਪੰਜਾਬੀ ਬੋਲੀ ਦੇ ਲਈ ਸੂਬੇ ਦੀ ਗੱਲ ਕੀਤੀ, ਤੇ ਇਹ ਜਿਹੜੇ ਨੇ ਊੜੀ ਈੜੀ ਨਹੀਂ ਪੜ੍ਹੇਂਗੇ ਕਹਿ ਕੇ ਸ਼ਹਿਰਾਂ ਦੇ ਵਿੱਚ ਜਲੂਸ ਕੱਢਦੇ ਸੀ। ਔਰ ਇਹਨਾਂ ਨੇ ਪੰਜਾਬ ਦੇ ਹਿੰਦੂਆਂ ਨੂੰ ਉਸ ਪ੍ਰਚਾਰ ਦੇ ਰੰਗ ਵਿੱਚ ਰੰਗ ਦਿੱਤਾ ਕਿ ਆਪਣੀ ਮਾਂ ਬੋਲੀ ਤੁਸੀਂ ਹਿੰਦੀ ਲਿਖਾਓ। ਔਰ ਉਸ ਵੇਲੇ ਦੀਆਂ ਬਹੁਤ ਸਾਰੀਆਂ ਗੱਲਾਂ ਮਸ਼ਹੂਰ ਨੇ ਵੀ ਕਿਵੇਂ ਇਹ ਜਿਹੜੀਆਂ ਲਾਲੀਆਂ ਨੇ
ਉਹ ਹਿੰਦੀ ਲਿਖਵਾਉਂਦੀਆਂ, ਉਹਨੂੰ ਕਹਿੰਦੇ ਸੀ ਲਿਖੋ ਜੀ ਸਾਡੀ ਮਾਤ ਭਾਸ਼ਾ ਹਿੰਦੀ ਹੈ, ਔਰ ਪੰਜਾਬੀ ਬੋਲ ਕੇ ਲਿਖਾਉਂਦੇ ਸੀ। ਔਰ ਉਸ ਸਾਰੇ ਚੋਂ ਕਿੰਨੇ ਹੀ ਉਸ ਪੀਰੀਅਡ ਦੇ ਜੋਕ ਸੀ ਕਿ ਭੈਣ ਜੀ ਹਮ तो लौटे वेड़े दाल तार देते हैं, हौली हौली रीझती रहती है, देखो हमने भी वाह वाह हिंदी सीख ली है। सो ये जिहड़ा पंजाब दी समस्या पोस्ट 47 ही नहीं है, ये 1911 ਦੇ ਵਿੱਚ ਜਦੋਂ ਅੰਗਰੇਜ਼ ਬੈਠੇ ਨੇ ਜੀ, ਪੰਜਾਬ ਦੇ ਵਿੱਚ ਮੁਸਲਮਾਨ ਮੈਜੋਰਿਟੀ ਹੈ ਬਿਲਕੁਲ, ਇਹਦੇ ਬਾਵਜੂਦ ਇਹ ਜਿਹੜਾ ਕਿਵੇਂ ਰੀਜਨਲ ਜ਼ਬਾਨ ਪੰਜਾਬੀ ਦਾ ਗਲਾ ਘੁੱਟ ਰਹੇ ਸੀ। ਹੁਣ ਤਾਂ ਉਹਨਾਂ ਦੇ ਕੋਲ ਹਕੂਮਤ ਹੈ, ਐਬਸੋਲੂਟ ਪਾਵਰ ਉਹਨਾਂ ਦੇ ਕੋਲ ਹੈ, ਔਰ ਹੁਣ ਤਾਂ ਜੋ ਚਾਹਣ ਉਹ ਕਰਨ, ਕਿਉਂਕਿ ਇਸ ਵੇਲੇ ਉਹੀ ਉਸ ਧਰਤੀ ਦੇ ਉੱਤੇ ਹਾਕਮ ਹੈ। ਵੱਖਰੀ ਗੱਲ ਹੈ ਇਹ ਸਿੱਕਾ ਕਿੰਨੀ ਕੁ ਦੇਰ ਚੱਲੇਗਾ। ਸਾਡੀ ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਰਜੀਮ ਦੇਖੇ, ਉਡਾਏ, ਫਿਰ ਚਲੇ ਗਏ। ਉਹ ਵੀ ਜ਼ਮਾਨੇ ਆਏ ਕਿ ਬੁੱਲੇ ਸ਼ਾਹ ਨੇ ਕਿਹਾ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਸੋ ਇਹਨਾਂ ਦਾ ਵੀ ਇਹ ਚੰਦ ਦਿਨਾਂ ਦਾ ਹੀ ਮਹਿਮਾਨ ਨੇ। ਅਲਟੀਮੇਟਲੀ ਉਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਵਾਲਿਆਂ ਦੀ ਗੱਲ ਸੁਣੀ ਜਾਏਗੀ, ਇਨਸਾਫ ਦਾ ਸੂਰਜ ਚੜ੍ਹੇਗਾ, ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਹੁਤ ਜਲਦੀ ਹੋਣ ਦੇ ਵਿੱਚ ਆਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।